ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਅਤੇ ਜਮਹੂਰੀਅਤ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਸਿਆਸੀ ਪਾਰਟੀਆਂ ਵੱਲੋਂ ਆਪਣੀ ਸਰਗਰਮੀਆਂ ਉਸੇ ਤਰ੍ਹਾਂ ਤੇਜ਼ ਕਰ ਦਿੱਤੀਆਂ ਨੇ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਨਾ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਤੇ ਕਈ ਫੈਸਲੇ ਲਿੱਤੇ ਨੇ, ਇਸ ਪਿੱਛੇ ਅਸਲ ਦਲੀਲ ਕੀ ਹੈ, ਤਰਕ ਕੀ ਹੈ? ਅਸਲ ਦੇ ਵਿੱਚ ਇਹੀ ਹੈ ਮਾਹੌਲ, ਕਿਉਂਕਿ 5 ਰਾਜਾਂ ਦੀਆਂ ਚੋਣਾਂ ਆਉਣੀਆਂ ਨੇ। 4 ਰਾਜਾਂ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਹੈ ਤੇ ਬੀਜੇਪੀ ਦੇ ਖਿਲਾਫ ਕਿਸਾਨਾਂ ਨੇ ਫੈਸਲਾ ਦਿੱਤਾ ਹੋਇਆ ਹੈ। ਉਸੇ ਲਈ ਮੁਜ਼ੱਫਰਨਗਰ ਜਿਹੜੀ ਰੈਲੀ ਕੀਤੀ ਹੈ, ਵੱਡੀ ਰੈਲੀ ਕੀਤੀ। ਹਰਿਆਣੇ ਦੇ ਵਿੱਚ ਤਾਂ ਚਲੋ ਇੱਕ ਟਕਰਾਅ ਦੂਜਾ ਸੀ, ਉਹ ਵੀ ਹੱਲ ਹੋ ਗਿਆ, ਕਰਨਾਲ ਦਾ ਜਿਹੜਾ ਟਕਰਾਅ ਸੀ। ਪਰ ਪੰਜਾਬ ਦੇ ਵਿੱਚ ਹਾਲਤ ਇੱਕ ਅਲੱਗ ਟਾਈਪ ਦੀ ਹੈ। ਪੰਜਾਬ ਬਾਰੇ ਸੰਯੁਕਤ ਮੋਰਚੇ ਦੀ ਵੀ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਵੀ ਤੇ ਸਭ ਦੀ ਉਹ ਇੱਕ ਅਪਰੋਚ ਹੁਣ ਤੱਕ ਰਹੀ ਹੈ। ਉਹ ਅਪਰੋਚ ਇਹ ਰਹੀ ਹੈ ਕਿ ਬੀਜੇਪੀ ਦੇ ਲੀਡਰਾਂ ਦਾ ਘਰਾਓ ਕਰਨਾ ਤੇ ਬਾਕੀ ਕਿਸਾਨ ਜਿਹੜੇ ਪਾਰਟੀਆਂ ਨੇ ਉਹਨਾਂ ਤੋਂ ਸਵਾਲ ਪੁੱਛਣੇ ਨੇ। ਪਰ ਸਵਾਲ ਪੁੱਛਣ ਦਾ ਤੇ ਸਵਾਲਾਂ ਦੇ ਜਵਾਬ ਦੇਣ ਦਾ ਕੋਈ ਤਰੀਕਾ ਸਾਡੇ ਕੋਲ ਹੈ ਨਹੀਂ। ਜਿੱਥੇ ਕਿਤੇ ਵੀ ਬਹੁਤ ਥਾਵਾਂ ਦੇ ਉੱਤੇ ਜਦੋਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 100 ਦਿਨ ਦੀ ਇੱਕ ਮੁਹਿੰਮ ਛੇੜੀ ਗਈ, ਚੋਣ ਮੁਹਿੰਮ, ਤੇ ਉਹਦੇ ਦੌਰਾਨ ਕਈ ਜਗ੍ਹਾ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਕਿਸਾਨ ਇੱਕ ਦੋ ਜਗ੍ਹਾ ਠੀਕ ਸਵਾਲ ਜਵਾਬ ਵੀ ਹੋਏ, ਜਿੱਥੇ ਖੜ ਗਏ ਤੇ ਉੱਥੇ ਜਵਾਬ ਦੇ ਕੇ ਚਲੋ ਠੀਕ ਹੈ ਚੱਲ ਗਿਆ। ਪਰ ਕੁਝ ਥਾਵਾਂ ਤੇ ਰੋਜ਼ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਸੀ, ਅਸਲ 'ਚ ਲੀਡਰਾਂ ਦਾ ਮਨ ਇਹ ਬਣਿਆ ਹੋਇਆ ਕਿ ਰੋਜ਼ ਸਵਾਲਾਂ ਦਾ ਕੀ ਮਤਲਬ ਜੀ, ਇੱਕ ਵਾਰ ਬੈਠ ਕੇ ਗੱਲ ਕਰ ਲਓ, ਇੱਕ ਵਾਰ ਇਹ ਕਰ ਲਓ ਤੇ ਬਾਕੀ ਦਾ। ਫਿਰ ਕੀ ਕੀਤਾ ਉਹਨਾਂ ਨੇ, ਥੋੜ੍ਹਾ ਜਿਹਾ ਲਾਮ ਲਸ਼ਕਰ ਨਾਲ ਜਾਣਾ ਸ਼ੁਰੂ ਕਰਤਾ। ਲਾਮ ਲਸ਼ਕਰ ਨਾਲ ਜਾਣਾ ਸ਼ੁਰੂ ਕਰਤਾ ਤਾਂ ਦੋਨਾਂ ਥਾਵਾਂ ਤੇ ਟਕਰਾਅ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ, ਮੋਗੇ ਦੇ ਵਿੱਚ ਜਿਵੇਂ ਹੋਇਆ। ਫਿਰ ਕਿਸਾਨ ਜਿਹੜੀਆਂ 32 ਜਥੇਬੰਦੀਆਂ ਸੀ ਉਹਨਾਂ ਨੇ ਸੋਚਿਆ ਵੀ ਆਪਾਂ ਕਿਉਂ ਨਾ ਸਿਆਸੀ ਪਾਰਟੀਆਂ ਦੇ ਵਿੱਚ ਦੇ ਨਾਲ ਗੱਲ ਕੀਤੀ ਜਾਏ ਤੇ ਜਿਹਦੇ ਨਾਲ ਰਾਏ ਮਸ਼ਵਰਾ ਕੀਤਾ ਜਾਏ। ਤਾਂ ਜਦੋਂ ਉਹਨਾਂ ਨੇ ਬੁਲਾਇਆ, ਉਹਦੇ ਚੋਂ ਇੱਕ ਤਾਂ ਬੜਾ ਵੱਡਾ ਮਤਲਬ ਜਮਹੂਰੀਅਤ ਦਾ ਜਿਹੜਾ ਸਭ ਤੋਂ ਮਜ਼ਬੂਤ ਪਹਿਲੂ ਦੇ ਤੌਰ ਤੇ ਦੇਖਿਆ ਗਿਆ, ਜਿਹੜਾ ਲੋਕਾਂ ਨੇ ਲਿਖਿਆ ਵੀ, ਬੋਲਿਆ ਵੀ, ਸਭ ਨੂੰ ਪਤਾ ਵੀ ਹੈ ਇਹ, ਕਿ ਉਹ ਬਿਲਕੁਲ ਜਿਹੜਾ ਪ੍ਰਚਲਿਤ ਧਾਰਨਾ ਇਹਦੇ ਉਲਟ ਦਿਖਾਈ ਦਿੱਤੀ ਉਸ ਦਿਨ। ਪਹਿਲੀ ਵਾਰ ਪਾਰਟੀਆਂ ਨੂੰ ਵੇਟ ਕਰਦੇ ਦੇਖਿਆ ਗਿਆ, ਪਹਿਲੀ ਵਾਰ ਪਾਰਟੀਆਂ ਨੂੰ ਨੰਬਰ ਵਾਈਜ਼ ਜਦੋਂ ਬੁਲਾਇਆ ਗਿਆ, ਆਪਣੀ ਗੱਲ ਕਹਿੰਦੇ ਦੇਖਿਆ ਗਿਆ ਕਿਸਾਨ ਆਗੂਆਂ ਦੇ ਸਾਹਮਣੇ। ਇਹ ਸਾਰਾ ਕੁਝ ਅੰਦੋਲਨ ਦਾ ਇੱਕ ਦਬਦਬਾ ਵੀ ਹੈ, ਅੰਦੋਲਨ ਦਾ ਇੱਕ ਪ੍ਰਭਾਵ ਵੀ ਹੈ ਤੇ ਅੰਦੋਲਨ ਨੇ ਸਮੁੱਚੇ ਅੰਦੋਲਨ ਦਾ ਦਬਦਬਾ ਤਾਂ ਇਹ ਤੋਂ ਪਹਿਲਾਂ ਵੀ ਹੈ। ਇਹ ਤੋਂ ਪਹਿਲਾਂ ਜੇ ਅਕਾਲੀ ਦਲ ਨੂੰ ਮਜਬੂਰ ਕੀਤਾ ਪਹਿਲੀ ਲਾਈਨ ਤੋਂ ਹਟ ਕੇ ਹਰਸਿਮਰਤ ਬਾਦਲ ਦਾ ਅਸਤੀਫਾ ਦਿਵਾਉਣਾ ਕੇਂਦਰ ਦੇ ਮੰਤਰੀਸ਼ਿਪ ਤੋਂ, ਇਹ ਛੋਟੀਆਂ ਗੱਲਾਂ ਨਹੀਂ, ਇਹ ਬਹੁਤ ਵੱਡੇ ਪ੍ਰਭਾਵ ਨੇ ਜਿਹੜੇ ਉਹ ਸਾਰੇ ਮਾਮਲੇ ਦੇ ਵਿੱਚ ਦਿਖਾਈ ਦਿੱਤੇ। ਤੇ ਇਸੇ ਤਰ੍ਹਾਂ ਬੀਜੇਪੀ ਦਾ ਵੀ ਸਵਾਲ ਹੈ ਕਿ ਜਿਹੜੇ ਹਰਿਆਣੇ ਦੇ ਵਿੱਚ ਬੀਜੇਪੀ ਨੂੰ ਕੋਈ ਰੈਲੀ ਨਹੀਂ ਕਰਨ ਦਿੰਦੇ ਜਾਂ ਵੱਖ-ਵੱਖ ਥਾਵਾਂ ਤੇ ਵੀ। ਹੁਣ ਬਾਕੀ ਪਾਰਟੀਆਂ ਦਾ ਸਵਾਲ ਸੀ ਕਿ ਜਿਹੜੀਆਂ ਬਾਕੀ ਰੈਲੀਆਂ ਕਰ ਰਹੀਆਂ ਨੇ, ਮੀਟਿੰਗਾਂ ਕਰ ਰਹੀਆਂ ਨੇ, ਉਹਦੇ ਤੇ ਉਹਨਾਂ ਨੇ ਗੱਲਬਾਤ ਕੀਤੀ, ਇੱਕ ਅਪੀਲ ਕੀਤੀ ਹੈ ਕਿ ਮਤਲਬ ਤੁਸੀਂ ਜਦੋਂ ਇਲੈਕਸ਼ਨ ਅਨਾਊਂਸ ਹੋ ਜੇ ਉਦੋਂ ਕਰ ਲਿਓ, ਵੱਡੀਆਂ ਰੈਲੀਆਂ ਨਾ ਕਰੋ, ਛੋਟੇ ਜਾਂ ਵੱਖ-ਵੱਖ ਗੱਲਾਂ ਇਹ ਕਰੋ। ਹਰ ਪਾਰਟੀ ਨੇ ਆਪਣਾ ਪੱਖ ਰੱਖਿਆ। ਤਾਂ ਕਿਹਾ ਇਹ ਜਾਂਦਾ ਕਿ ਦੋ ਪਾਰਟੀਆਂ ਨੇ ਪੱਖ ਰੱਖਿਆ ਮੇਨਲੀ, ਬਾਕੀ ਨੇ ਤਾਂ ਕਿਹਾ ਠੀਕ ਹੈ, ਕਾਂਗਰਸ ਤੇ ਅਕਾਲੀਆਂ ਨੇ, ਕਿ ਜਮਹੂਰੀਅਤ ਦੇ ਵਿੱਚ ਸਾਨੂੰ ਆਪਣੀ ਗੱਲ ਕਰਨ ਦਾ ਹੱਕ ਦੇਣਾ ਚਾਹੀਦਾ, ਸਾਡਾ ਵੀ ਬਰਾਬਰ ਦਾ ਹੱਕ ਹੈ ਜਾਂ ਬਾਕੀ ਸਭ ਦਾ ਹੈ। ਔਰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਥੋੜ੍ਹੀ ਜਿਹੀ ਰੜਕਦੀ ਹੈ ਕਿਤੇ ਨਾ ਕਿਤੇ ਜਾ ਕੇ, ਕਿ ਜਦੋਂ ਉਸੇ ਕਿਸਾਨ ਮੋਰਚੇ ਵੱਲੋਂ ਇੱਕ ਗੱਲ ਆਉਂਦੀ ਹੈ, ਫਿਰ ਗੌਰਮੈਂਟ ਜਿਹੜੇ ਆਪਣੇ ਫੰਕਸ਼ਨ ਕਰਦੀ ਆ, ਉਹ ਵੀ ਤਾਂ ਚੋਣ ਪ੍ਰਚਾਰ ਹੈ ਤੇ ਗੌਰਮੈਂਟ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਜੀ ਛੋਟੇ ਫੰਕਸ਼ਨ ਕਰ ਲਓ। ਹੁਣ ਇਹ ਸਾਈਜ਼ ਨਾਪਣ ਦਾ ਜਿਹੜਾ ਤਰੀਕਾ ਹੈ ਇਹ ਨਹੀਂ ਹੈ ਕਿਤੇ ਵੀ ਸੈੱਟ ਆਉਂਦਾ ਵੀ ਕਿੱਡੀ ਰੈਲੀ ਕਰ ਲਓ, ਕਿੰਨੇ ਬੰਦੇ। ਤਾਂ ਜਿਵੇਂ ਕੋਵਿਡ ਲੱਗਿਆ ਹੁੰਦਾ ਨਾ ਵੀ ਤੁਸੀਂ ਹੁਣ 100 ਤੋਂ 200 ਤੋਂ 300 500 ਜੋ ਵੀ ਹੈ, ਇਹ ਉਹ ਤਰੀਕਾ ਜਿਹਾ ਹੋ ਜਾਂਦਾ। ਔਰ ਗੌਰਮੈਂਟ ਵੀ ਕਿਉਂ ਰੈਲੀਆਂ ਕਰਕੇ ਕਿਉਂ ਦੱਸੇ, ਕਿਸੇ ਮਜ਼ਦੂਰਾਂ ਦੇ ਚੈੱਕ ਦੇਣੇ ਨੇ ਜਿਹੜੇ ਮਾਫ ਕਰਤੇ, ਉਹ ਜਾ ਕੇ ਸਟੇਜਾਂ ਤੇ, ਇੱਕ ਤਾਂ ਮਜ਼ਦੂਰ ਦੀ ਤੋਹੀਨ ਹੈ ਇਹ, ਡਿਗਨਿਟੀ ਉਹਦੀ ਸ਼ਾਨ ਦੀ ਇਹ ਤੋਹੀਨ ਹੈ ਕਿ ਤੁਸੀਂ ਜਾ ਕੇ ਉਹਨੂੰ ਕਹਿੰਦੇ ਹੋ ਸਟੇਜ ਤੇ ਲੈ ਤੈਨੂੰ ਦੇ ਰਿਹਾ ਮੈਂ। ਤੇ ਮਾਫ ਕਰਤੇ ਜਿਹੜਾ ਕਰੋੜਪਤੀਆਂ ਦੇ ਕਰਦੇ ਨੇ, ਕਾਰਪੋਰੇਟ ਘਰਾਣਿਆਂ ਦੇ ਮਾਫੀ ਕਰਦੇ ਨੇ, ਉਹ ਕਿਹੜਾ ਚੈੱਕ ਦੇ ਕੇ ਜਾ ਕੇ ਸਟੇਜਾਂ ਤੇ ਦਿੰਦੇ ਨੇ? ਆਟੋਮੈਟਿਕਲੀ ਲੀਕ ਮਰ ਜਾਂਦੀ ਹੈ ਤੇ ਉਹਨਾਂ ਨੂੰ ਤਾਂ ਜ਼ਰੂਰਤ ਵੀ ਨਹੀਂ ਹੈ ਕਿਤੇ ਜਾਣ ਦੀ। ਔਰ ਇੱਕ ਤਾਂ ਇਹ ਗੱਲ ਗਲਤ ਹੈ। ਦੂਜੀ, ਗੌਰਮੈਂਟ ਜਿਹੜੇ ਫੈਸਲੇ ਕਰਨਾ ਚਾਹੁੰਦੀ ਹੈ, ਜਦ ਉਹਨੇ ਫੈਸਲਾ ਕਰਤਾ, ਅਖਬਾਰਾਂ ਜਾਂ ਬਾਕੀ ਮੀਡੀਆ ਜਾਂ ਜਿੱਥੇ ਵੀ ਟੀਵੀ ਜਿਵੇਂ ਵੀ ਮਰਜ਼ੀ ਸਭ ਕੋਲ ਚਲਾ ਹੀ ਜਾਣਾ ਉਹ ਰੈਲੀਆਂ ਕਿਉਂ ਕਰੇ ਫਿਰ ਇਸ ਮਾਮਲੇ ਦੇ ਵਿੱਚ? ਉਹਨੂੰ ਵੀ ਬੰਦਸ਼ ਉਸ ਲੈਵਲ ਤੇ ਤਾਂ ਹੋਣੀ ਚਾਹੀਦੀ ਹੈ, ਲੈਵਲ ਪਲੇਇੰਗ ਫੀਲਡ ਦਾ ਤਾਂ ਸਵਾਲ ਇਹ ਹੈ।
ਅਗਲੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਅਜੇ ਸਾਡਾ ਜਿਹੜਾ ਸੰਕਟ ਖੜਾ ਹੋਇਆ ਇਹ ਪਾਰਟੀਆਂ ਦਾ ਵੀ ਤੇ ਇਹ ਜਥੇਬੰਦੀਆਂ ਦਾ ਵੀ। ਜਦੋਂ ਅਸੀਂ ਇਹਨੂੰ ਡਿਬੇਟ ਦੇ ਵਿੱਚ ਲਿਆਉਂਦੇ ਆ, ਅਸੀਂ ਇੱਕ ਆਦਰਸ਼ਕ ਸਮਾਜ ਸਿਰਜ ਕੇ ਮਾਡਲ ਬਣਾ ਕੇ ਉਹਦੇ ਤੇ ਡਿਬੇਟ ਕਰਦੇ ਆ। ਉਹ ਆਦਰਸ਼ ਦਾ ਮਤਲਬ ਇਹ ਵੀ ਜਿਵੇਂ ਇੱਥੇ ਜਮਹੂਰੀਅਤ 100% ਲਾਗੂ ਹੈ, ਕੋਈ ਇੱਕ ਧਿਰ ਜਮਹੂਰੀਅਤ ਲਾਗੂ ਨਹੀਂ ਕਰਨ ਦੇਣਾ ਚਾਹੁੰਦੀ, ਇਸ ਲਈ ਉਹਦੇ ਖਿਲਾਫ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਜੀ। ਜਮਹੂਰੀਅਤ ਤਾਂ ਇੱਥੇ 5 ਸਾਲ ਬਾਅਦ ਵੋਟ ਦੇਣ ਦੀ ਹੈ ਇਕੱਲੀ, ਉਹ ਵੀ ਨਹੀਂ ਦੇਣ ਦੀ। ਔਰ ਉਹ ਵੋਟ ਦੇ ਵਿੱਚ ਵੀ ਸਾਡੇ ਕੋਲੋਂ ਪੈਸੇ ਦੇ ਨਾਲ, ਨਸ਼ੇ ਦੇ ਨਾਲ, ਲਾਮ ਲਸ਼ਕਰ ਦੇ ਨਾਲ ਪ੍ਰਭਾਵ ਪਾ ਕੇ ਧਰਮ ਦਾ, ਜਾਤ ਦਾ, ਕਈ ਟਾਈਪ ਦਾ ਇੱਥੇ ਸੈਂਟੀਮੈਂਟ ਭੜਕਾ ਕੇ ਵੀ ਵੋਟਾਂ ਲਈਆਂ ਜਾਂਦੀਆਂ ਨੇ। ਵੋਟਾਂ ਵੀ ਕਿਸੇ ਰੀਅਲ ਏਜੰਡੇ ਤੇ ਜਾਂ ਮੁੱਦੇ ਤੇ ਜਾਂ ਲੋਕਾਂ ਦੇ ਸਰੋਕਾਰਾਂ ਤੇ ਘੱਟ ਲਈਆਂ ਜਾਂਦੀਆਂ ਨੇ। ਇੱਕ ਤਾਂ ਉਹ ਜਮਹੂਰੀਅਤ ਦਾ ਪਹਿਲੂ ਹੈ। ਦੂਜਾ, ਸਾਡੀਆਂ ਸਿਆਸੀ ਪਾਰਟੀਆਂ ਦੇ ਅੰਦਰ ਜਮਹੂਰੀਅਤ ਕਿੱਲ ਹੋ ਚੁੱਕੀ ਹੈ, ਮਰ ਚੁੱਕੀ ਹੈ ਟੋਟਲੀ। ਪਾਰਟੀ ਪ੍ਰਧਾਨਾਂ ਦੇ ਮੁਤਾਬਕ ਜਿਵੇਂ ਵੀ ਕੰਮ ਹੁੰਦਾ ਤੇ ਉਵੇਂ ਹੁੰਦਾ, ਬਾਕੀ ਦੇ ਸਭ ਸੈਕੰਡਰੀ ਨੇ। ਜਿਹੋ ਜਿਹਾ ਉਪਦੇਸ਼ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਦਿੱਤਾ ਹੈ, ਉਹੋ ਜਿਹਾ ਉਪਦੇਸ਼ ਹਰ ਪਾਰਟੀ ਆਪਣੇ ਵਰਕਰਾਂ ਨੂੰ ਦੇਣਾ ਚਾਹੁੰਦੀ ਹੈ ਕਿ ਤੁਸੀਂ ਸੇਵਕ ਰਹੋ ਜੀ, ਲੀਡਰ ਸਾਨੂੰ ਰਹਿਣ ਦਿਓ ਤੇ ਤੁਸੀਂ ਮੰਗ ਨਾ ਕਰੋ। ਇਹ ਉਹ ਕ੍ਰਿਸ਼ਨ ਦਾ ਜਿਹੜਾ ਸਲੋਕ ਜਾਂ ਉਹ ਜਿਹੜੀ ਧਾਰਨਾ ਪੜ੍ਹ ਕੇ ਸੁਣਾ ਦਿੰਦੇ ਨੇ ਗੀਤਾ ਦੀ ਕਿ ਕਰਮ ਕਰੋ ਤੇ ਫਲ ਕੀ ਇੱਛਾ ਮਤ ਰੱਖੋ, ਜਿਹੜਾ ਇਹ ਸਿਸਟਮ ਹੈ ਨਾ, ਫਲ ਸਾਡੇ ਕੋਲ ਹੀ ਆਉਣਾ ਚਾਹੀਦਾ। ਇਹ ਤਾਂ ਇੱਕ ਧਾਰਨਾ ਬਣ ਗਈ। ਤੇ ਫਿਰ ਸਿਆਸਤਦਾਨ ਕੋਲ ਇੰਨਾ ਪੈਸਾ ਹੋ ਗਿਆ ਹੁਣ, ਉਹ ਵੱਡੇ ਇਕੱਠ ਮੈਨੇਜ ਕਰਨ ਦਾ ਸਾਰਾ ਕੁਝ ਹੈ। ਇਲੈਕਟੋਰਲ ਪ੍ਰੋਸੈਸ ਦੇ ਵਿੱਚ ਸਧਾਰਨ ਧਿਰਾਂ ਤਾਂ ਕਿਤੇ ਦਿਖਾਈ ਨਹੀਂ ਦਿੰਦੀਆਂ, ਲੈਵਲ ਪਲੇਇੰਗ ਫੀਲਡ ਕਿਤੇ ਵੀ ਨਹੀਂ ਹੈ। ਔਰ ਜੇਕਰ ਅਸੀਂ ਇਹ ਕਹੀਏ ਕਿ 70 ਲੱਖ ਰੁਪਈਆ ਤੁਸੀਂ ਕਾਨੂੰਨੀ ਤੌਰ ਤੇ ਕਰਤਾ ਮੈਂਬਰ ਪਾਰਲੀਮੈਂਟ ਲਈ ਤੇ 40 ਲੱਖ ਰੁਪਈਆ MLA ਦੇ ਉਮੀਦਵਾਰ ਨੂੰ ਇਜਾਜ਼ਤ ਦੇਤੀ ਹੈ। ਇਸ ਦੇਸ਼ ਦੀ 77% ਪਾਪੂਲੇਸ਼ਨ ਜਿਹੜੀ 20 ਰੁਪਏ ਤੋਂ ਘੱਟ ਦੇ ਗੁਜ਼ਾਰਾ ਕਰਦੇ, ਤੁਸੀਂ ਤਾਂ ਕਾਨੂੰਨੀ ਤੌਰ ਤੇ ਬਾਹਰ ਕੱਢਤਾ ਚੋਣ ਪ੍ਰਕਿਰਿਆ 'ਚ ਲੋਕਾਂ ਨੂੰ। ਇਹ ਏਜੰਡੇ ਨਹੀਂ ਬਣ ਰਹੇ ਸਾਡੇ। ਏਜੰਡੇ ਦੇ ਤੌਰ ਤੇ ਜਦੋਂ ਡੈਮੋਕ੍ਰੇਸੀ ਸਪਰੈਡ ਕਰਨੀ ਹੈ ਜਾਂ ਉਹਨੂੰ ਕਰਨਾ, ਉਸ ਲੈਵਲ ਤੇ ਹੋਣ ਦੀ ਲੋੜ ਹੈ। ਔਰ ਇਹ ਗੱਲ ਬਿਲਕੁਲ ਠੀਕ ਹੈ। ਮੈਨੂੰ ਲੱਗਦਾ ਇੱਕ ਮੈਕੈਨਿਜ਼ਮ ਬਣਨਾ ਚਾਹੀਦਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿ ਜਦੋਂ ਆਗੂ ਜਾਣ, ਜਿਹੜੀ ਮਰਜ਼ੀ ਪਾਰਟੀ ਜਾਵੇ, ਹਰ ਇੱਕ ਨੂੰ ਜਾਣ ਦਾ ਹੱਕ ਹੈ। ਕੋਈ ਜਮਹੂਰੀਅਤ ਦੇ ਵਿੱਚ ਕੋਈ ਕਿਸੇ ਨੂੰ ਰੋਕਣਾ ਜਿਹੜਾ ਹੁੰਦਾ ਉਹ ਆਪਦੇ ਆਪ ਦੇ ਵਿੱਚ ਐਂ ਮੰਨਿਆ ਜਾਂਦਾ ਕਿ ਤੁਸੀਂ ਆਪਣੀ ਤਾਕਤ ਦੇ ਨਾਲ ਰੋਕਦੇ ਹੋ। ਪਰ ਕੋਈ ਸਿਸਟਮ ਤਾਂ ਇਨ ਪਲੇਸ ਹੋਵੇ, ਪਾਰਟੀਆਂ ਆਪਣੇ ਵੱਲੋਂ ਪੇਸ਼ਕਸ਼ ਕਰਨ ਕਿ ਅਸੀਂ ਉੱਥੇ ਰੈਲੀ ਕਰਾਂਗੇ ਜਾਂ ਫਲਾਣੇ ਥਾਂ ਜਾਵਾਂਗੇ ਪਿੰਡ ਦੇ ਵਿੱਚ। ਤੁਹਾਡੇ ਕੋਲ ਕੋਈ ਤੁਹਾਡਾ ਸੂਚਨਾ ਕੁਐਸਚਨਾਂ ਦਾ ਜਾਂ ਸਵਾਲ ਜਵਾਬ ਦਾ ਸਾਡੇ ਤੋਂ ਪੁੱਛਣ ਦੀ ਗੱਲ ਹੈ। ਜਿਹੜੀ ਕਿ ਇਹ ਦਲੀਲ ਹੈ ਵੀ 2 ਵਾਰ ਪੁੱਛ ਰਹੇ ਸਵਾਲ, 1 ਵਾਰ ਪੁੱਛ ਰਹੇ, ਰੋਜ਼ ਕਿਉਂ? ਰੋਜ਼ ਇਹ ਹੈ ਕਿ ਅਲੱਗ-ਅਲੱਗ ਹਲਕਿਆਂ ਦੇ ਅਲੱਗ-ਅਲੱਗ ਇਸ਼ੂ ਵੀ ਨੇ, ਅਲੱਗ-ਅਲੱਗ ਵਰਗਾਂ ਦੇ ਅਲੱਗ-ਅਲੱਗ ਇਸ਼ੂ ਵੀ ਨੇ, ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਇਸ਼ੂ ਵੀ ਨੇ। ਡੈਮੋਕ੍ਰੇਸੀ ਰੋਜ਼ ਦਾ ਪ੍ਰੋਸੈਸ ਬਣਨਾ ਚਾਹੀਦਾ। ਅਜੇ ਸਾਨੂੰ ਆਦਤ ਇਹ ਪਈ ਹੋਈ ਹੈ ਕਿ ਅਸੀਂ 5 ਸਾਲ ਬਾਅਦ ਹੀ ਆਵਾਂਗੇ ਤੇ ਉਦੋਂ ਸਾਡੇ ਤੋਂ ਪੁੱਛ ਲਿਓ, ਪਹਿਲੇ 4 ਸਾਲ ਤਾਂ ਪੁੱਛਿਆ ਹੀ ਨਾ ਕਰੋ ਜੀ। ਇਹ ਨਵੀਂ ਧਾਰਨਾ ਹੈ ਇੱਕ ਡੈਮੋਕ੍ਰੇਸੀ ਦੀ। ਜਿਹੜਾ ਇਸ ਮੋਰਚੇ ਨੇ, ਕਿਸਾਨ ਅੰਦੋਲਨ ਨੇ ਕੁਝ ਨਵੇਂ ਕਦਮ ਉਭਾਰੇ ਨੇ ਜਿਹੜੇ ਪਾਰਟੀਆਂ ਨੂੰ ਨਹੀਂ ਹਜਮ ਆ ਰਹੇ, ਜਿਹੜੇ ਕੁਝ ਹੋਰ ਲੋਕਾਂ ਨੂੰ ਵੀ ਹਜਮ ਨਹੀਂ ਆ ਰਹੇ। ਇੱਕ ਵੋਟਰ 'ਚ ਵਿਪ ਜਾਰੀ ਕਰਨ ਦਾ ਸਵਾਲ, ਮਤਵਾਜੀ ਸੰਸਦ ਲਾਉਣ ਦਾ ਸਵਾਲ ਜਦੋਂ ਆਪੋਜੀਸ਼ਨ ਦੇ ਲੀਡਰ ਬੈਠ ਕੇ ਸੁਣਦੇ ਨੇ। ਜੇ ਕਿਸਾਨ ਆਗੂ ਆਪਣੀ ਸੰਸਦ ਦੇ ਵਿੱਚ ਇੱਕ ਜਗ੍ਹਾ ਬਣਾ ਸਕਦੇ ਨੇ ਕਿ ਤੁਸੀਂ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਆ ਕੇ ਸੁਣ ਲਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤਾਂ ਇਸੇ ਤਰ੍ਹਾਂ ਸਾਨੂੰ ਵੀ ਤਾਂ ਇੱਕ ਡੈਮੋਕ੍ਰੇਸੀ 'ਚ ਇੱਕ ਮੰਚ, ਇੱਕ ਸਿਸਟਮ ਬਣਾਉਣਾ ਚਾਹੀਦਾ, ਪਲੇਟਫਾਰਮ, ਕਿ ਜਿੱਥੇ ਵੀ ਰੈਲੀਆਂ ਦੇ ਵਿੱਚ ਜਿੱਥੇ ਵੀ ਤੁਸੀਂ ਜਾਓ, ਜੇ ਗੱਲ ਕਰਨਾ ਚਾਹੁੰਦੇ ਹੋ ਤਾਂ ਜੇ ਕੋਈ ਸਵਾਲ ਕਰਨਾ ਚਾਹੁੰਦਾ ਕਿ ਸਵਾਲਾਂ ਦਾ ਇੱਕ ਮੈਕੈਨਿਜ਼ਮ, ਇੱਕ ਪ੍ਰਕਿਰਿਆ ਆਜ਼ਾਦ ਕਰਨੀ ਚਾਹੀਦੀ ਹੈ ਜਿਹੜੀ ਕਿ ਨਹੀਂ ਹੋ ਰਹੀ। ਔਰ ਇਸ ਕਰਕੇ ਇਹ ਟਕਰਾਅ ਨਾ ਹੋਵੇ, ਇਹਦੇ 'ਤੇ ਮੈਨੂੰ ਇਹ ਲੱਗਦਾ ਕਿ ਅਜੇ ਵੀ ਸਾਨੂੰ ਹੋਰ ਗੱਲਾਂ, ਹੋਰ ਸੰਵਾਦ ਜ਼ਿਆਦਾ ਹੋਣੇ ਚਾਹੀਦੇ ਨੇ ਪਾਰਟੀਆਂ ਨਾਲ ਵੀ, ਜਥੇਬੰਦੀਆਂ ਨਾਲ ਵੀ, ਅਤੇ ਉਹਦੇ 'ਚ ਉਹ ਹੋਵੇ। ਅਗਲੀ ਗੱਲ ਇਹ ਹੈ ਕਿ ਜਿਹੜੀ ਜਮਹੂਰੀਅਤ ਦਾ ਇੱਕ ਹੋਰ ਕੁਐਸਚਨ ਹੈ। ਸਪੋਜ਼ ਕਰੋ ਉਹ ਕਹਿ ਰਹੇ ਨੇ ਕਿ ਇਹਦੇ ਨਾਲ ਨੁਕਸਾਨ ਹੁੰਦਾ ਹੈ। ਨੁਕਸਾਨ ਹੁੰਦੇ ਨੇ ਬਿਲਕੁਲ। ਜਦ ਕੋਈ ਹੁਣ ਭਾਰਤ ਬੰਦ ਹੋਊਗਾ 27 ਤਰੀਕ ਨੂੰ ਤਾਂ ਬਹੁਤ ਲੋਕਾਂ ਦਾ ਨੁਕਸਾਨ ਇਕਨੋਮਿਕ ਹੋਊਗਾ, ਵੀ ਕਿਸੇ ਦੀ ਦੁਕਾਨ ਬੰਦ ਰਹੂਗੀ, ਕਿਸੇ ਨੇ ਕਿਤੇ ਜਾਣਾ ਹੋਊਗਾ, ਕਿਸੇ ਦਾ ਕੁਛ ਹੋਊਗਾ, ਬਿਲਕੁਲ ਹੋਊਗਾ। ਤੁਸੀਂ ਕੋਈ ਸੜਕ ਜਾਮ ਕਰਦੇ ਹੋ, ਕਈਆਂ ਨੂੰ ਤਕਲੀਫ ਹੋਏਗੀ। ਪਰ ਕੀ ਇਹ ਡੈਮੋਕ੍ਰੈਟਿਕ ਪ੍ਰਕਿਰਿਆ ਜਾਂ ਨਾ? ਜੇ ਤਾਂ ਆਈਡੀਅਲ ਸਿਚੁਏਸ਼ਨ 'ਚ ਦੇਖਦੇ ਹੋ, ਆਦਰਸ਼ਕ 'ਚ, ਫਿਰ ਤਾਂ ਇਹ ਹੈ ਕਿ ਕਿਸੇ ਤੇ ਥੋੜ੍ਹੀ ਜਿਹੀ ਵੀ ਟੀਸ ਬਣੇ ਤੇ ਪ੍ਰਸ਼ਾਸਨ ਸੱਦੇ, ਗੌਰਮੈਂਟਾਂ ਸੱਦਣ ਤੇ ਉਹਦਾ ਹੱਲ ਹੋ ਜੇ, ਫਿਰ ਤਾਂ ਕੋਈ ਰੌਲਾ ਹੀ ਨਾ ਪਵੇ। ਸੜਕਾਂ ਰੋਕਣੀਆਂ ਬੰਦ ਕਰਨੇ ਤਾਂ ਪੈ ਰਹੇ ਨੇ ਕਿ ਕੋਈ ਸੁਣਵਾਈ ਨਹੀਂ ਹੈ। ਇਹਦੇ 'ਤੇ ਕਿਸੇ ਨਾਲ ਕੋਈ ਹਿੰਸਕ ਗੱਲ ਨਹੀਂ ਹੋ ਰਹੀ। ਹਾਂ, ਤਕਲੀਫ ਸਭ ਨੂੰ ਹੁੰਦੀ ਹੈ। ਜਦੋਂ ਬਾਡੀ ਸਾਡੀ ਪੂਰੀ ਦੇ ਵਿੱਚ ਇੱਕ ਹਿੱਸਾ ਤਕਲੀਫ 'ਚ ਹੋਵੇ ਤਾਂ ਦੂਜੀ ਦੀ ਬਾਡੀ ਨੂੰ ਅਸੀਂ ਕਹੀਏ ਬਾਕੀ ਅੰਗਾਂ ਨੂੰ ਕੋਈ ਤਕਲੀਫ ਨਾ ਪਹੁੰਚੇ, ਬਿਲਕੁਲ ਇਹ ਸੰਭਵ ਕਦੇ ਨਹੀਂ ਹੁੰਦਾ। ਜਦੋਂ ਇੱਕ ਬੜਾ ਵੱਡਾ ਵਰਗ ਲਗਭਗ 9.5-10 ਮਹੀਨਿਆਂ ਤੋਂ ਸੜਕਾਂ 'ਤੇ ਸੁੱਤਾ ਪਿਆ, ਗਰਮੀ ਸਰਦੀ ਸਾਰੇ, ਬਾਕੀ ਸਮਾਜ ਸੋਚੇ ਕਿ ਸਾਨੂੰ ਉਵੇਂ ਹੀ ਕੰਮ ਕਰਨ ਦੀ ਇਜਾਜ਼ਤ, ਸਾਰਾ ਕੁਝ ਰਹਿਣਾ ਚਾਹੀਦਾ, ਡੈਮੋਕ੍ਰੇਸੀ ਪੱਲੇ ਤੁਹਾਡੇ ਪਾਤੀ ਹੈ ਇਕੱਲੇ ਅਸੀਂ,
ਚਰਚਾ ਕਰਨਾ ਇੱਕ ਠੀਕ ਗੱਲ ਹੈ, ਪਰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਤੇ ਸਮਾਜ ਦਾ ਢਾਂਚਾ ਜਿਹੋ ਜਿਹਾ ਉਹਨੂੰ ਪਰਖਣਾ ਇਹ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਹਮੇਸ਼ਾ ਹੀ ਹਰ ਗੱਲ ਦੇ ਵਿੱਚ। ਤਾਂ ਅਗਲਾ ਸਵਾਲ ਫਿਰ ਇਹ ਆਉਂਦਾ ਕਿ ਜਿਹੜੇ ਸਵਾਲ ਇਹ ਇਕੱਲੇ ਇਹਨਾਂ ਤਿੰਨ ਪਾਰਟੀਆਂ ਨੂੰ ਉਠਾਏ ਜਾਂਦੇ ਨੇ, ਬਿਲਕੁਲ ਵਾਜਬ ਸਵਾਲ ਹੈ, ਕੁਝ ਲੋਕਾਂ ਨੇ ਉਹ ਵੀ ਉਠਾਇਆ, ਬੀਜੇਪੀ ਨੇ ਵੀ ਉਠਾਇਆ ਕਿ ਜੇ ਫਿਰ ਇਹ ਤਿੰਨਾਂ ਨੂੰ ਬਾਕੀ ਨੂੰ ਤੁਸੀਂ ਇਜਾਜ਼ਤ ਦਿੰਦੇ ਹੋ ਕਿ ਉਹ ਆਪਣਾ ਗੱਲ ਕਰਨ, ਉਹਨਾਂ ਨੂੰ ਹੱਕ ਹੈ, ਤਾਂ ਬੀਜੇਪੀ ਨੂੰ ਵੀ ਹੱਕ ਹੈ ਫਿਰ ਸੰਵਿਧਾਨਕ ਤੌਰ 'ਤੇ, ਤਾਂ ਡੈਮੋਕ੍ਰੇਸੀ ਦੇ ਤੌਰ 'ਤੇ ਜਿੱਥੇ ਵੀ ਮਰਜ਼ੀ ਗੱਲ ਕਰਨ, ਉਹਦਾ ਘਰਾਓ ਕਿਉਂ, ਉਹਨੂੰ ਬਾਹਰ ਕਿਉਂ ਨਹੀਂ, ਉਹ ਵੀ ਤਾਂ ਪਾਰਟੀ ਇਲੈਕਸ਼ਨ ਲੜ ਰਹੀ ਹੈ ਫਿਰ। ਪਰ ਕਿਉਂਕਿ ਗੱਲ ਹੈ ਕਿ ਉਹ ਸਾਡੀ ਗੱਲ ਨਹੀਂ ਮੰਨਦੀ, ਇੱਕ ਸੈਕਸ਼ਨ ਦਾ ਗੁੱਸਾ ਹੈ ਜੀ, ਤੇ ਉਸ ਗੁੱਸੇ ਕਰਕੇ ਉਹਦਾ ਇੱਕ ਡੈਮੋਕ੍ਰੈਟਿਕ ਪ੍ਰਗਟਾਵਾ ਹੈ, ਤਾਂ ਉਹਨਾਂ ਕੁ ਲਾਸ ਝੱਲਣਾ ਪਏਗਾ। ਇਹ ਵੀ ਡੈਮੋਕ੍ਰੇਸੀ ਦੇ ਹੀ ਅਸੂਲ ਨੇ, ਕੋਈ ਡੈਮੋਕ੍ਰੇਸੀ ਤੋਂ ਬਾਹਰ ਜਾ ਕੇ ਅਸੂਲਾਂ ਦਾ ਕੁਐਸਚਨ ਨਹੀਂ ਹੈ ਉਸ ਲੈਵਲ 'ਤੇ ਹੁੰਦਾ। ਤੇ ਜਦੋਂ ਤੁਸੀਂ ਆਪਣੀ ਤਾਕਤ ਦੇ ਵਿੱਚ ਹੁੰਦੇ ਹੋਏ, ਤਾਕਤ ਦੇ ਗਰੂਰ 'ਚੋਂ ਤੁਸੀਂ ਜਮਹੂਰੀਅਤ ਵਾਲੇ ਸਵਾਲ ਹੱਲ ਨਹੀਂ ਕਰਦੇ, ਜਮਹੂਰੀ ਤਰੀਕਾ ਕਹਿੰਦਾ ਲੋਕ ਤਕਲੀਫ 'ਚ ਨੇ ਉਹਨਾਂ ਦੇ ਮਾਮਲੇ ਹੱਲ ਕਰੋ, ਤਾਂ ਮੋੜਵਾਂ ਲੋਕਾਂ ਕੋਲ ਰਾਹ ਕੀ ਹੈ ਜੀ, ਔਰ ਉਹ ਪੀਸਫੁਲ ਤਰੀਕੇ ਨਾਲ ਜੇਕਰ ਉਹ ਗੱਲ ਕਰਦੇ ਨੇ ਤਾਂ ਉਹ ਹੈ। ਇਸ ਲਈ ਇਹਨੇ ਇੱਕ ਗੱਲ ਜ਼ਰੂਰ ਕੀਤੀ ਹੈ ਉਦਣ ਦੀ ਮੀਟਿੰਗ ਨੇ, ਇੱਕ ਚੰਗੀ ਗੱਲ ਹੈ ਕਿ ਡੈਮੋਕ੍ਰੇਸੀ ਬਾਰੇ ਇੱਕ ਬਹਿਸ ਛੇੜੀ ਹੈ, ਜੀ, ਜਮਹੂਰੀਅਤ ਬਾਰੇ ਇੱਕ ਚਰਚਾ ਛੇੜੀ ਹੈ, ਔਰ ਇਹ ਚਰਚਾ ਲਗਾਤਾਰ ਜਾਰੀ ਰਹਿਣੀ ਚਾਹੀਦੀ। ਤਾਂ ਇਹ ਚਰਚਾ ਕੇਵਲ ਇੱਥੇ ਤੱਕ ਸੀਮਤ ਨਾ ਰਹੇ ਕਿ ਕਿਸਾਨਾਂ ਨੇ ਕੀ ਕੀਤਾ ਜਾਂ ਇੱਕ ਪਾਰਟੀ ਨੇ ਕੀ ਨਹੀਂ ਕੀਤਾ। ਜਮਹੂਰੀਅਤ ਦੇ ਮਾਡਲ ਵੱਲ ਅੱਗੇ ਵਧਣੀ ਚਾਹੀਦੀ ਹੈ, ਤੇ ਸਾਡੇ ਕੋਲ ਕਿਹੋ ਜਿਹਾ ਮਾਡਲ ਹੋਣਾ ਚਾਹੀਦਾ, ਜਮਹੂਰੀਅਤ ਕਿਹਨੂੰ ਕਹਿੰਦੇ ਨੇ। ਹਮੀਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੀ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੋਇਆ, ਮੋਰਚਾ ਬਣਿਆ, ਜੋ ਕਿ ਖੇਤੀ ਨੂੰ ਬਚਾਉਣ ਦੇ ਨਾਲ ਨਾਲ ਜਿਹੜਾ ਹੈਗਾ ਉਹ ਲੋਕ ਮਸਲਿਆਂ ਨੂੰ ਚੁੱਕ ਰਿਹਾ, ਜਿਹੜਾ ਕਿ ਇੱਕ ਸੱਤਾਧਾਰੀ ਧਿਰ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ ਜਿਹੜਾ ਚੁੱਕਣਾ ਚਾਹੀਦਾ ਸੀ। ਅੱਜ ਉਹ ਕੰਮ ਸੰਯੁਕਤ ਕਿਸਾਨ ਮੋਰਚਾ, ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਜਿਸ ਕਰਕੇ ਲੋਕਾਂ ਦੀ ਭਰੋਸੇਯੋਗਤਾ ਉਹਨਾਂ 'ਤੇ ਬਹੁਤ ਜ਼ਿਆਦਾ ਬਣ ਗਈ ਹੈ। ਅਸੀਂ ਜਾਣਨਾ ਚਾਹਾਂਗੇ ਕੀ ਕਿਸਾਨ ਜਥੇਬੰਦੀਆਂ ਦਾ ਕੋਈ ਸਿਆਸਤ ਵਿੱਚ ਅੱਗੇ ਆਉਣ ਦੀ ਕੋਈ ਸੰਭਾਵਨਾ ਦਿਖਾਈ ਦੇ ਰਹੀ ਹੈ? ਇੱਕ ਤਾਂ ਸਵਾਲ ਇਹੀ ਹੈ ਕਿ ਪਾਰਟੀਆਂ ਨੇ ਨਹੀਂ ਕੀਤਾ। ਜੇ ਪਾਰਟੀਆਂ ਆਪਣਾ ਕੰਮ ਕਰਦੀਆਂ ਹੁੰਦੀਆਂ, ਜੇ ਹੋਰ ਜਿਹੜੇ ਸੈਕਸ਼ਨ ਨੇ ਸੋਸਾਇਟੀ ਦੇ ਉਹ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣੇ ਹੁੰਦੇ, ਤਾਂ ਸ਼ਾਇਦ ਸਾਰੀ ਉਮੀਦ ਕਿਸਾਨਾਂ ਤੋਂ ਨਹੀਂ ਸੀ ਹੋਣੀ, ਤੇ ਸ਼ਾਇਦ ਐਡੇ ਵੱਡੇ ਅੰਦੋਲਨ ਕਿਸਾਨਾਂ ਨੂੰ ਉਸ ਪੱਧਰ 'ਤੇ ਨਾ ਲੜਨਾ ਪੈਂਦਾ। ਕਿਉਂਕਿ ਪੋਲੀਟੀਕਲ ਧਿਰਾਂ ਅਸਲ 'ਚ ਕਾਰਪੋਰੇਟ ਦੇ ਏਜੰਡੇ ਨਾਲ ਜੁੜ ਗਈਆਂ, ਜਿਹੜੀਆਂ ਮੇਨ ਸਾਡੀਆਂ ਸਿਆਸੀ ਧਿਰਾਂ ਨੇ, ਔਰ ਉਹਨਾਂ ਨੂੰ ਕੋਈ ਫਰਕ ਦਿਖਾਈ ਨਹੀਂ। ਤਾਂ ਪਾਲਿਸੀ 'ਚ ਅੱਜ ਵੀ ਕੋਈ ਬਹੁਤ ਵੱਡਾ ਫਰਕ ਨਹੀਂ ਹੈ। ਅੱਜ ਵੀ ਜੇ ਤੁਸੀਂ ਦੇਖੋ ਕਿ ਬੀਜੇਪੀ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਅੱਗੇ ਵਧਾ ਰਹੀ ਹੈ, ਤਾਂ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਬਾਕੀ ਪਾਰਟੀਆਂ, ਉਹਦਾ ਕੋਲ ਕਿਹੜਾ ਅਲਟਰਨੇਟਿਵ ਮਾਡਲ ਹੈ, ਉਹ ਕਿਹੜੀ ਗੱਲ 'ਤੇ ਵੱਖਰਾ ਸੋਚਦੀ ਹੈ, ਇਹ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ। ਇਸ ਲਈ ਵਖਰੇਵਾਂ ਪਾਲਿਸੀ ਲੈਵਲ 'ਤੇ ਕਿਤੇ ਕੋਈ ਹੈ ਨਹੀਂ। ਉਸੇ ਪਾਲਿਸੀਆਂ ਦੇ ਵਿੱਚ ਰਾਜ ਸੱਤਾ ਦੇ ਵਿੱਚ ਅਸੀਂ ਗਵਰਨੈਂਸ ਠੀਕ ਕਰਾਂਗੇ ਜਾਂ ਬਾਕੀ ਠੀਕ ਹੈ, ਉਹਨੇ ਕੁਝ ਵਖਰੇਵੇਂ ਕੁਝ ਹੈਗੇ ਨੇ, ਉਹ ਇੱਕ ਅਲੱਗ ਗੱਲ ਹੈ। ਹਾਂ, ਇਸੇ ਕਰਕੇ ਕਿਉਂਕਿ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਵੱਡੀ ਗਿਣਤੀ ਦਾ, ਤੇ ਉਹ ਵੱਡੀ ਗਿਣਤੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਸਿਆਸੀ ਤਬਦੀਲੀ ਵੀ ਹੋਣੀ ਚਾਹੀਦੀ ਹੈ। ਇਹਦੇ ਨਾਲ ਦੀ ਨਾਲ ਜਿਵੇਂ ਆਰਥਿਕ ਤਬਦੀਲੀ, ਸਮਾਜਿਕ ਤਬਦੀਲੀ ਤੇ ਬਾਕੀ ਤਬਦੀਲੀਆਂ ਨੇ, ਸਿਆਸੀ ਤਬਦੀਲੀ ਵੀ ਹੋਣੀ ਚਾਹੀਦੀ ਹੈ। ਉਸੇ ਸਿਆਸੀ ਤਬਦੀਲੀ ਦੀ ਤਵੱਜੋ ਵਜੋਂ ਪੰਜਾਬ ਦੇ ਵਿੱਚ ਲੋਕ ਇਹ ਡਿਮਾਂਡ ਕਰ ਰਹੇ ਨੇ, ਇਹ ਮੰਗ ਪੈਦਾ ਹੋ ਰਹੀ ਹੈ ਕਿ ਕਿਸਾਨ ਅੰਦੋਲਨ 'ਚੋਂ ਕੋਈ ਨਵੀਂ ਸਿਆਸੀ ਧਿਰ ਉੱਭਰ ਕੇ ਆਵੇ। ਜੇਕਰ ਉਹ ਨਵੀਂ ਸਿਆਸੀ ਧਿਰ ਉੱਭਰ ਕੇ ਆਉਂਦੀ ਹੈ ਇੱਕ ਨਵੇਂ ਏਜੰਡੇ 'ਤੇ, ਕਿਉਂਕਿ ਉਹ ਏਜੰਡਾ ਵੀ ਨਵਾਂ ਹੋਊਗਾ, ਇਕੱਲੀ ਸਿਆਸੀ ਧਿਰ ਦੇ ਚਿਹਰੇ ਨਵੇਂ ਨਹੀਂ ਹੋਣਗੇ। ਹੁਣ ਦੀ ਜਿਹੜੀ ਚਿਹਰਿਆਂ ਦੀ ਸਿਆਸਤ ਹੈ ਕਿ ਆਹ ਲਿਆਓ, ਅਮਰਿੰਦਰ ਸਿੰਘ ਹੋਵੇ ਜਾਂ ਨਵਜੋਤ ਸਿੱਧੂ ਹੋਵੇ ਜਾਂ ਬਾਕੀ ਹੋਵੇ ਜਾਂ ਕੌਣ ਹੋਵੇ, ਔਰ ਤੁਹਾਡੇ ਸਾਹਮਣੇ ਹੈ ਜਦੋਂ ਪਾਰਟੀ ਜਕੜਦੀ ਹੈ ਤਾਂ ਉਹ ਇੰਡੀਵਿਜੂਅਲ ਨੂੰ ਨਹੀਂ ਕੰਮ ਕਰਨ ਦਿੰਦੀ, ਜਾਂ ਇੰਡੀਵਿਜੂਅਲ ਉਸ ਲੈਵਲ 'ਤੇ ਨਹੀਂ ਜਾਂਦਾ। ਉਹੀ ਨਵਜੋਤ ਸਿੱਧੂ ਜਿਹੜਾ ਹਰ ਰੋਜ਼ ਅਮਰਿੰਦਰ ਸਿੰਘ ਦੇ ਖਿਲਾਫ ਗੱਲ ਕਰਦਾ ਸੀ, ਤੇ ਹੁਣ ਜਿਹੜੀ ਚਿੱਠੀ ਲਿਖੀ ਆ ਕਿੰਨੀ ਪ੍ਰੇਜ ਕੀਤੀ ਕਿ ਆਪਾਂ ਬਹੁਤ ਕੰਮ ਕੀਤਾ, ਖੇਤੀ ਲਈ 10% ਬਜਟ ਰੱਖਤਾ, ਆਪਾਂ ਇਹ ਕਰਤਾ, ਇੰਨਾ 5000 ਕਰੋੜ ਕਰਜ਼ਾ ਮਾਫ ਕਰਤਾ, ਆਪਾਂ ਗਰੀਬਾਂ ਦਾ ਹੋਰ ਕਰੀਏ। ਭਾਸ਼ਾ ਬਦਲ ਗਈ ਨਾ, ਭਾਸ਼ਾ ਕਿਉਂਕਿ ਪਾਰਟੀ ਦਾ ਡੰਡਾ ਬਦਲਵਾਉਂਦਾ ਹੈ, ਜਿਹੜੇ ਵੀ ਤਰੀਕੇ ਦੇ ਤੁਸੀਂ ਗੱਲ ਕਰਦੇ ਹੋ, ਤੁਹਾਡਾ ਉਹ ਜਿਹੜੇ ਏਜੰਡੇ ਨੇ ਬਾਕੀ ਦੇ ਉਹ ਖਤਮ ਹੋ ਜਾਂਦੇ ਨੇ। ਵੀ ਜੇ ਸੱਤਾ ਲੈਣੀ ਹੈ ਤਾਂ ਮਿਲ ਕੇ ਚੱਲਣਾ ਪਊ, ਉਹਨਾਂ ਨੂੰ ਕਹਿੰਦੇ ਨੇ, ਤੇ ਏਜੰਡੇ ਜੁੰਡੇ ਬਾਅਦ ਦੀ ਗੱਲ ਹੈ, ਇਸ ਤਰੀਕੇ ਨਾਲ ਚੱਲੋ। ਉਹਨਾਂ ਸਾਰੀਆਂ ਚੀਜ਼ਾਂ 'ਚੋਂ ਨਜ਼ਰ ਆ ਰਹੀ ਗੱਲ ਹੈ ਕਿ ਪਾਰਟੀਆਂ ਜਿਹੜੀਆਂ ਹੁਣ ਦੀਆਂ ਨੇ, ਜੇ ਉਹਦੀ ਪਾਲਿਸੀ ਚੇਂਜ ਨਹੀਂ ਤਾਂ ਵੱਡੇ ਫਰਕ ਦਿਖਾਈ ਨਹੀਂ ਦਿੰਦੇ। ਇਹਦੇ 'ਚੋਂ ਜਿਹੜੀ ਨਵੀਂ ਆ ਉਹ ਕਿਸਾਨ ਅੰਦੋਲਨ ਦੋ ਤਿੰਨ ਵੱਡੀਆਂ ਗੱਲਾਂ ਕਰ ਰਹੇ ਆ। ਇੱਕ ਕਾਰਪੋਰੇਟ ਦੇ ਡਿਵੈਲਪਮੈਂਟ ਦੇ ਮਾਡਲ ਨੂੰ ਚੁਣੌਤੀ ਦੇਣਾ, ਜੇ ਕੋਈ ਵੀ ਨਵੀਂ ਪੋਲੀਟੀਕਲ ਧਿਰ ਮਰਜ ਹੁੰਦੀ ਹੈ, ਜੇ ਇਹਨੂੰ ਚੁਣੌਤੀ ਰੱਖਦੀ ਹੈ ਤਾਂ ਲਾਜ਼ਮੀ ਹੈ ਕਿ ਉਹ ਪੰਜਾਬ ਦੇ ਵਿੱਚ ਖੇਤੀ ਦਾ ਵੀ ਤੇ ਵੱਖ-ਵੱਖ ਨਵੇਂ ਮਾਡਲ ਦੀ ਤਲਾਸ਼ ਕਰੂਗੀ। ਦੂਜੀ ਗੱਲ ਉਹ ਫੈਡਰਲਿਜ਼ਮ ਦੀ ਗੱਲ ਕਰਦੀ ਹੈ ਕਿ ਉਸੇ ਤਰੀਕੇ ਦੇ ਨਾਲ ਉਸ ਲੈਵਲ 'ਤੇ ਹੋਣਾ ਚਾਹੀਦਾ। ਤੀਜੀ ਗੱਲ ਉਹ ਡੈਮੋਕ੍ਰੇਸੀ ਦੀ ਨਵੀਂ ਪਰਿਭਾਸ਼ਾ ਦੀ ਗੱਲ ਕਰਦੀ ਹੈ ਕਿ ਲੀਡਰਸ਼ਿਪ ਲੋਕਾਂ ਦੇ ਸਾਹਮਣੇ ਜਵਾਬਦੇਹ ਹੋਵੇ, ਲੀਡਰਸ਼ਿਪ ਪਾਰਦਰਸ਼ੀ ਹੋਵੇ, ਉਸ ਤਰੀਕੇ ਦੇ ਨਾਲ ਚੱਲੇ। ਔਰ ਜਿਹੜੀ ਜਵਾਬਦੇਹੀ ਵਾਲੀ ਲੀਡਰਸ਼ਿਪ ਹੈ ਉਹ ਲੋਕਾਂ ਦੀ ਜਾਗਰੂਕਤਾ 'ਚੋਂ ਨਿਕਲਦੀ ਹੈ, ਉਹ ਸਵਾਲਾਂ ਜਵਾਬਾਂ 'ਚੋਂ ਨਿਕਲਦੀ ਹੈ, ਉਹ ਕੁਛ ਕਹੀਏ ਤੇ ਕੁਛ ਸੁਣੀਏ ਵਾਲੇ ਸਵਾਲ 'ਚੋਂ ਨਿਕਲਦੀ ਹੈ। ਔਰ ਜੇ ਕੁਛ ਇਹ ਕਹਿੰਦਾ ਮੈਂ ਕਹੂੰਗਾ ਹੀ ਕਹੂੰਗਾ, ਸੁਣਦਾ ਕਿਸੇ ਦੀ ਨਹੀਂ,
ਕਿਸਾਨ ਅੰਦੋਲਨ ਨੇ ਇਹ ਸਭ ਦੇ ਸਾਹਮਣੇ ਲਿਆ ਕੇ ਖੜਾ ਕਰਤਾ ਕਿ ਜੇ ਤਾਕਤ ਬਣ ਗਈ ਸਾਡੀ ਤਾਂ ਤੁਹਾਨੂੰ ਸੁਣਨੀ ਪਊਗੀ ਸਾਡੀ, ਬਿਲਕੁਲ ਇਹਦੇ ਤੋਂ ਬਿਨਾ ਕੰਮ ਨਹੀਂ ਚੱਲੂਗਾ। ਔਰ ਇਹ ਜਿਹੜਾ ਇੱਕ ਵਰਤਾਂਤ ਸਿਰਜਿਆ ਗਿਆ, ਇਹ ਡਿਮਾਂਡ ਹੈ ਲੋਕਾਂ ਦੀ, ਔਰ ਮੈਨੂੰ ਲੱਗਦਾ ਕਿਸਾਨ ਮੋਰਚਾ ਵੀ ਸੋਚਦਾ ਹੋਏਗਾ ਔਰ ਸੋਚਣਾ ਵੀ ਚਾਹੀਦਾ ਕੀ ਹੋ ਸਕਦਾ ਕੀ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇੱਕ ਖਲਾ ਜ਼ਰੂਰ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਜਿਹੜਾ ਲੰਮੇ ਸਮੇਂ ਤੋਂ ਹੈ, ਪਿਛਲੇ 10 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਉਹਨਾਂ ਦੀ ਤਮੰਨਾ ਅਜੇ ਤੱਕ ਅਧੂਰੀ ਹੈ ਕਿ ਕੋਈ ਨਵੀਂ ਧਿਰ, ਨਵੇਂ ਏਜੰਡੇ, ਨਵੀਂ ਪਾਲਿਸੀ ਤੇ ਨਵੇਂ ਬੰਦਿਆਂ ਦੇ ਨਾਲ ਆਏ। ਜੀ ਹਮੀਰ ਜੀ, ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ, ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਵੀ ਕਿ ਜਮਹੂਰੀਅਤ ਵਿੱਚ ਸਾਨੂੰ ਵੀ ਜਿਹੜਾ ਹੈਗਾ ਆਪਣੀ ਗੱਲ ਲੋਕਾਂ ਵਿੱਚ ਜਾ ਕੇ ਰੱਖਣ ਦਾ ਅਧਿਕਾਰ ਹੈ, ਤੇ ਜਿਹੜਾ ਹੈਗਾ ਵੀ ਕਿ ਉਹ ਜੋ ਕਿ ਨਹੀਂ ਰੱਖ ਪਾ ਰਹੇ ਨੇ। ਪਰ ਅਸੀਂ ਇਹ ਜਾਣਨਾ ਚਾਹਾਂਗੇ ਕਿ ਸਿਆਸੀ ਪਾਰਟੀਆਂ ਜੋ ਕੁਝ ਕਰ ਰਹੀਆਂ ਨੇ ਉਹ ਜਮਹੂਰੀ ਢੰਗ ਨਾਲ ਕਰ ਰਹੀਆਂ ਨੇ? ਬਿਲਕੁਲ ਸਿਆਸੀ ਪਾਰਟੀਆਂ ਦਾ ਆਪਣਾ ਹੱਕ ਹੈ, ਹਰ ਪਾਰਟੀ ਦਾ, ਹਰ ਨਾਗਰਿਕ ਦਾ ਆਪਣਾ। ਆਪਾਂ ਬਥੇਰੇ ਬਾਰ-ਬਾਰ ਚਰਚਾ ਕਰਦੇ ਹਾਂ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਸਭ ਦੀ ਹੈ। ਸਿਆਸੀ ਪਾਰਟੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਨਾਗਰਿਕ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਲਈ ਵੀ ਲੜਨ। ਜੇ ਜੂਏ ਪੀਏ ਲਾ ਕੇ ਇੰਨਾ ਚਿਰ ਤੋਂ ਜੇਲ੍ਹਾਂ 'ਚ ਬੰਦ ਨੇ ਲੋਕ, ਜੇ ਤੁਸੀਂ NIA, ਜੂਏ ਪੀਏ, ਜੇ ਤੁਸੀਂ 370 ਖਤਮ ਕਰਤੀ, ਜੇ CA ਲਾਗੂ ਕਰਤਾ, ਸਭ ਕੁਝ, ਜੇ ਤੁਸੀਂ ਖਾਮੋਸ਼ ਹੋ ਪਾਰਟੀਆਂ ਉਹਨਾਂ ਦੀ ਜ਼ੁਬਾਨ ਬੰਦ ਕਰਨ ਵਾਲੇ ਦੇ ਪਾਸੇ 'ਚੋਂ, ਤਾਂ ਅਧੂਰੀ ਡੈਮੋਕ੍ਰੇਸੀ ਦਾ ਜਿਹੜਾ ਡਿਮਾਂਡ ਹੈ ਉਹ ਆਪਣੇ ਆਪ 'ਚ ਸਫੀਸ਼ੀਐਂਟ ਨਹੀਂ ਹੈ, ਪੂਰੀ ਨਹੀਂ ਹੈ। ਤੁਹਾਨੂੰ ਜਮਹੂਰੀਅਤ ਦਾ ਕਿਰਦਾਰ ਜਿਹੜਾ ਆਪਣੇ ਤੋਂ ਸ਼ੁਰੂ ਕਰਨਾ ਪਏਗਾ। ਦੂਜੀ ਗੱਲ, ਤੁਹਾਨੂੰ ਜਮਹੂਰੀਅਤ ਦਾ ਕਿਰਦਾਰ ਆਪਣੇ ਅੰਦਰ ਦੀ ਜਮਹੂਰੀਅਤ ਤੋਂ ਤੈਅ ਵੀ ਕਰਨਾ ਪਏਗਾ। ਤੀਜਾ, ਜਿਸ ਢੰਗ ਦੇ ਨਾਲ ਤੁਹਾਡਾ ਬਿਹੇਵੀਅਰ ਹੈ, ਵਰਤਾਅ ਹੈ ਲੋਕਾਂ ਦੇ ਨਾਲ, ਲੋਕਾਂ ਦਾ ਭਰੋਸਾ ਟੁੱਟ ਰਿਹਾ ਬਹੁਤਿਆਂ ਦਾ। ਜਿਹੜੇ ਅੰਦੋਲਨ ਤਾਂ ਹੀ ਹੁੰਦੇ ਨੇ, ਹਾਲਾਂਕਿ ਸਿਆਸੀ ਪਾਰਟੀਆਂ ਦਾ ਅਜੇ ਵੀ ਇੱਕ ਨੈਟਵਰਕ ਹੈ, ਇੱਕਦਮ ਟੁੱਟ ਨਹੀਂ ਜਾਂਦਾ, ਸਦੀਆਂ ਇੰਨੇ ਲੰਬੇ ਸਮੇਂ ਤੋਂ ਬਣਿਆ। ਉਹਨਾਂ ਨੇ ਕੰਮ ਵੀ ਕੀਤੇ ਨੇ ਲੋਕਾਂ 'ਚ। ਅਕਾਲੀ ਦਲ ਵਰਗੀ ਪਾਰਟੀ 100 ਸਾਲ ਪੁਰਾਣੀ ਹੈ, ਬਥੇਰੀਆਂ ਲੋਕਾਂ ਲਈ ਜੇਲ੍ਹ ਵੀ ਗਏ, ਅੰਦੋਲਨ ਵੀ ਲੜੇ, ਫੈਡਰਲਿਜ਼ਮ ਤੇ ਵੀ ਗੱਲ ਕੀਤੀ। ਕਾਂਗਰਸ ਪਾਰਟੀ ਪੁਰਾਣੀ ਪਾਰਟੀ ਆ, ਆਪ ਚਾਹੇ ਹੁਣ ਬਣੇ, ਜਿਹੜੀਆਂ ਵੀ ਪਾਰਟੀਆਂ, ਇਹ ਨਹੀਂ ਕਿ ਉਹੀ ਬਣ ਗਈਆਂ ਖਲਾਜ, ਇੱਕ ਮਾਹੌਲ ਸੀ। ਪਰ ਅੱਜ ਜਿਹੜੀ ਡਿਮਾਂਡ ਸਮਾਜ ਕਰ ਰਿਹਾ ਹੈ, ਅੱਜ ਜਿਹੜਾ ਤਵੱਕੋ ਉਹ ਚਾਹੁੰਦਾ ਹੈ ਕਿ ਇਸ ਲੈਵਲ ਦੀ ਹੋਣੀ ਚਾਹੀਦੀ ਹੈ, ਉਹਦੇ ਮਤਲਬ ਹਾਣ ਦੀਆਂ ਸਿਆਸੀ ਪਾਰਟੀਆਂ ਨਹੀਂ ਹੈ। ਫਿਰ ਵੀ ਜੋ ਵੀ ਮਾਮਲਾ ਉਹਨਾਂ ਦਾ ਕਹਿਣ ਦਾ, ਇਸ ਲਈ ਪਾਰਟੀਆਂ ਦੇ ਵਿੱਚ ਤਾਂ ਹੁਣ ਕਰਿੰਦਿਆਂ ਦੀ ਵੀ ਨਹੀਂ ਰਹੀ, ਮੈਂਬਰਾਂ ਦੀ ਵੀ ਕੋਈ ਬੁੱਕਤ ਨਹੀਂ ਰਹੀ। ਹੁਣ ਤਾਂ ਕਿਤੇ ਪ੍ਰਸ਼ਾਂਤ ਕਿਸ਼ੋਰ ਆਉਂਦਾ, ਉਹੋ ਜਿਹੇ ਇੱਕ ਅੱਧਾ ਮੈਨੂੰ ਲੱਗਦਾ ਅਕਾਲੀਆਂ ਨੇ ਵੀ ਨਾਲ ਖਰੀਦ ਰੱਖਿਆ, ਉਹੋ ਜਿਹੇ ਕੋਈ ਹੋਰ 2-4 ਬੰਦੇ ਨੇ। ਹੁਣ ਤਾਂ ਉਹ ਦੱਸਦੇ ਨੇ ਵੀ ਤੁਸੀਂ ਕਿਹੜੇ ਸਲੋਗਨ ਤੇ ਲੋਕਾਂ ਨਾਲ ਕਿਵੇਂ ਜਾਣਾ ਹੈ। ਲੀਡਰ ਨਹੀਂ ਦੱਸਦਾ, ਲੋਕਾਂ ਨਾਲ ਲੀਡਰ ਦਾ ਰਾਬਤਾ ਨਹੀਂ ਹੈ, ਲੋਕਾਂ ਤੋਂ ਦੂਰ ਹੁੰਦੇ ਜਾ ਰਹੇ ਨੇ। ਹੁਣ ਇਲੈਕਸ਼ਨ ਨੂੰ ਤੁਸੀਂ ਇੱਕ ਮੈਨੇਜਮੈਂਟ ਬਣਾ ਰਹੇ ਹੋ, ਜਦ ਕਿ ਏਜੰਡਾ ਤੇ ਜਿਹੜੀ ਬਾਕੀ ਦੀ ਚੀਜ਼ ਆ ਉਹ ਜਿਹੜੇ ਲੋਕਾਂ ਨਾਲ ਦੇ ਸਰੋਕਾਰ ਨੇ ਉਹ ਉਸ ਪੱਧਰ ਦੇ ਉੱਤੇ ਨਹੀਂ। ਫਿਰ ਵੀ ਇਹਦੇ ਬਾਵਜੂਦ ਹਰ ਇੱਕ ਬੰਦੇ ਦਾ ਹੱਕ ਹੈ ਆਪਣੀ ਗੱਲ ਕਰਨਾ, ਆਪਣੀ ਰਾਏ ਪ੍ਰਗਟ ਕਰਨਾ, ਔਰ ਕਿਸਾਨ ਜਥੇਬੰਦੀਆਂ ਨੂੰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਹੋਰ ਮੈਚੁਰ, ਕੱਲੀਆਂ ਕਿਸਾਨ ਜਥੇਬੰਦੀਆਂ ਦਾ ਕੁਐਸਚਨ ਨਹੀਂ, ਜਿਹੜੇ ਵੀ ਡੈਮੋਕ੍ਰੈਟਿਕ ਸੋਸਾਇਟੀ, ਜਿਹੜੇ ਵੀ ਸੱਜਣ ਇਹ ਸੋਚਦੇ ਨੇ ਕਿ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਵਧੀਆ ਡੈਮੋਕ੍ਰੈਟਿਕ ਸਮਾਜ ਬਣੇ, ਸਭ ਦੀ ਜ਼ਿੰਮੇਵਾਰੀ ਹੈ ਇਹੋ ਜਿਹੀਆਂ ਸੰਸਥਾਵਾਂ ਇਨਵੋਲਵ ਕਰਨਾ, ਵਿਕਸਿਤ ਕਰਨਾ, ਲੋਕਾਂ ਨੂੰ ਜਾਗਰੂਕ ਕਰਨਾ, ਇੱਕ ਸਿਸਟਮ ਦੇ ਵਿੱਚ ਸਾਂਝੀਆਂ ਸਟੇਜਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਬੋਲਣ ਲਾਉਣਾ, ਆਪਣੀ ਗੱਲ ਕਹਿਣਾ ਤੇ ਲੋਕਾਂ ਦੇ ਸਵਾਲ ਸੁਣਨੇ। ਇਸ ਪਾਸੇ ਵੱਲ ਵੀ ਤੋਰਨਾ ਪਏਗਾ। ਜਿਹੜਾ ਇਸ ਪਾਸੇ ਵੱਲ ਜਦੋਂ ਤੁਸੀਂ ਨਹੀਂ ਤੋਰਦੇ, ਇਕੱਲੇ ਉੱਥੇ ਸਟਿਕ ਕਰਕੇ ਖੜਦੇ ਹੋ, ਤਾਂ ਇਹਦਾ ਮਤਲਬ ਜਿਹੜੇ ਕਦਮ, ਜਿਹੜੀ ਇੱਕ ਬਹੁਤ ਵੱਡਾ ਸਮਾਜਿਕ ਭਾਈਚਾਰੇ ਦਾ ਸਬਕ, ਸਰਬੱਤ ਦੇ ਭਲੇ ਦਾ ਸਬਕ, ਲੋਕਾਂ ਨੂੰ ਇਕੱਠੇ ਕਰਨ ਦਾ ਸਬਕ ਇਹ ਪੜ੍ਹਾਇਆ ਸਾਨੂੰ ਕਿਸਾਨ ਮੋਰਚੇ ਨੇ, ਉਹਦੇ ਤੋਂ ਅਸੀਂ ਫਿਰ ਦੂਰ ਹਟ ਕੇ ਮੁੜ ਕੇ ਆਪੋ ਆਪਣੀਆਂ ਅੰਗਲੀਆਂ ਸੰਗਲੀਆਂ ਦੇ ਵਿੱਚ ਜਾਣ ਦਾ ਕੁਐਸਚਨ ਹੈ। ਇਹ ਲੜਾਈ ਹੋਏਗੀ, ਇਹ ਸੱਤਾ ਦੀ ਸਪੇਸ ਹੈ। ਅੰਦੋਲਨ ਵੀ ਇੱਕ ਸੱਤਾ ਦੀ ਲੜਾਈ ਦੇ ਵਿੱਚ ਆਪਣੀ ਸਪੇਸ ਲੈ ਚੁੱਕੇ ਆ, ਆਪਣੀ ਜਗ੍ਹਾ ਲੈ ਚੁੱਕੇ ਆ, ਜਗ੍ਹਾ ਬਣਾ ਚੁੱਕੇ ਆ। ਪਾਰਟੀਆਂ ਉਸੇ ਜਗ੍ਹਾ ਦੇ ਵਿੱਚੋਂ ਆਪਣੀ ਹਿੱਸੇਦਾਰੀ ਜ਼ਿਆਦਾ ਚਾਹੁੰਦੀਆਂ ਨੇ ਜਿਹੜੀਆਂ ਮਿਸ਼ਨ 22 ਦੇ ਵਿੱਚ ਮਿਲ ਜੇ। ਸਿਆਸਤ 'ਚ ਜਦੋਜਹਿਦ ਹੋਣੀ ਹੁੰਦੀ ਹੈ, ਔਰ ਇਹ ਜਦੋਜਹਿਦ ਉਸੇ ਤਰੀਕੇ ਨਾਲ ਚੱਲਣੀ ਚਾਹੀਦੀ ਹੈ। ਲੈਵਲ ਪਲੇਇੰਗ ਫੀਲਡ ਤਾਂ ਬਣੂਗਾ ਜੇਕਰ ਚੋਣਾਂ ਦੇ ਵਿੱਚ ਚੋਣ ਸੁਧਾਰ ਵੀ ਹੋਣਗੇ, ਜੇਕਰ ਕੈਂਡੀਡੇਟ ਹੇਠਾਂ ਲੋਕਾਂ 'ਚੋਂ ਚੁਣੇ ਜਾਣ ਦਾ ਪ੍ਰੋਸੀਜਰ ਹੋਏ, ਜੇਕਰ ਚੋਣ ਮੈਨੀਫੈਸਟੋ ਮਤਲਬ ਕਾਨੂੰਨੀ ਦਾਇਰੇ ਦੇ ਵਿੱਚ ਕਾਨੂੰਨੀ ਦਸਤਾਵੇਜ਼ ਬਣੇ, ਜੇਕਰ 2 ਟਰਮਾਂ ਤੋਂ ਵੱਧ ਕੋਈ ਚੁਣਿਆ ਨਾ ਜਾਏ, ਇਹ ਅਸੂਲ ਲਾਗੂ ਹੋਏ, ਜੇਕਰ ਇਸ ਪਾਸੇ ਸਟੇਟ ਫੰਡਿੰਗ ਆਫ ਇਲੈਕਸ਼ਨ ਹੋਏ ਕਿ ਕਿਸੇ ਨੂੰ ਵੀ ਪ੍ਰਾਈਵੇਟ ਖਰਚਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ, ਨਾ ਪਾਰਟੀ ਨੂੰ, ਸਾਰਾ ਸਟੇਟ ਫੰਡਿੰਗ ਹੋਏਗਾ ਇਸੇ ਤਰੀਕੇ ਦੇ ਨਾਲ, ਉਹ ਹੈ ਲੈਵਲ ਪਲੇਇੰਗ ਫੀਲਡ। ਇੱਕ ਪਾਰਟੀ ਹਜ਼ਾਰਾਂ ਕਰੋੜ ਪਾਰਟੀਆਂ ਨੂੰ ਚੰਦਾ ਆਉਂਦਾ ਕਾਰਪੋਰੇਟ ਤੋਂ, ਤੁਸੀਂ ਕੋਈ ਵੀ ਪਾਰਟੀ ਤੇ ਜਦੋਜਹਿਦ ਕਿਉਂ ਨਹੀਂ ਕਰ ਰਹੀ ਕਿ RTI ਦੇ ਦਾਇਰੇ 'ਚ ਆਉਣਾ ਚਾਹੀਦਾ ਹੈ? ਕਿਹੜਾ ਪੂੰਜੀਪਤੀ, ਕਿਹੜਾ ਘਰਾਣਾ ਤੁਹਾਨੂੰ ਫੰਡ ਦੇ ਰਿਹਾ, ਇਹ ਜਾਣਨ ਦਾ ਤਾਂ ਵੋਟਰ ਨੂੰ ਤੇ ਲੋਕਾਂ ਨੂੰ ਹੱਕ ਹੈ ਕਿ ਨਹੀਂ? ਤੁਸੀਂ ਇਹ ਵੀ ਨਹੀਂ ਦੇ ਰਹੇ ਹੱਕ
ਤੇ ਤੁਸੀਂ ਦੂਜਿਆਂ ਤੋਂ ਪਾਰਦਰਸ਼ੀ ਤੇ ਬਾਕੀ ਦੀ ਗੱਲ ਕਰ ਰਹੇ ਹੋ। ਇਸ ਲਈ ਡੈਮੋਕ੍ਰੇਸੀ ਸਮੁੱਚਤਾ ਦੇ ਵਿੱਚ ਬਾਚ ਕੇ ਉੱਤੇ ਚਰਚਾ ਹੋਣੀ ਚਾਹੀਦੀ ਹੈ, ਔਰ ਉਸ ਪਾਸੇ ਵੱਲ ਨੂੰ ਜਿਹੜਾ ਜੇ ਸਮਾਜ ਜਾਏਗਾ, ਜਾਗਰੂਕ ਹੋਏਗਾ, ਤਾਂ ਸ਼ਾਇਦ ਇੱਕ ਜਵਾਬਦੇਹੀ ਵਾਲਾ ਇੱਕ ਨਵਾਂ ਡੈਮੋਕ੍ਰੇਸੀ ਦਾ ਮਾਡਲ, ਜਿਹਨੂੰ ਕਿਹਾ ਜਾਂਦਾ ਲੋਕ ਜਮਹੂਰੀਅਤ ਵਾਲਾ ਮਾਡਲ, ਜਿੱਥੇ ਲੋਕਾਂ ਦੀ ਚੱਲੇਗੀ, ਅੰਤਮ ਤਾਕਤ ਲੋਕ ਹੁੰਦੇ ਨੇ, ਜਿਹਨੂੰ ਆਪਾਂ ਇਹ ਕਹਿੰਦੇ ਆ ਕਿ ਪ੍ਰਤੀਨਿਧ ਉਹਦੇ ਕੇਵਲ ਫਾਰ ਦੀ ਟਾਈਮਿੰਗ ਫੈਸਲਾ ਲੈਣ ਵਾਲੇ ਕਰਿੰਦਿਆਂ ਦੇ ਤੌਰ ਤੇ ਦੇਖੇ ਜਾਂਦੇ ਨੇ, ਆਗੂਆਂ ਦੇ ਤੌਰ ਤੇ ਦੇਖੇ ਜਾਂਦੇ ਨੇ। ਉਹ ਅਲਟੀਮੇਟ ਨਹੀਂ ਹੁੰਦੇ, ਉਹ ਸਭ ਕੁਝ ਨਹੀਂ ਕਰ ਸਕਦੇ, ਉਹ ਆਪਣੇ ਢੰਗ ਨਾਲ ਜੋ ਮਰਜ਼ੀ ਫੈਸਲਾ ਨਹੀਂ ਲੈ ਸਕਦੇ। ਲੋਕਾਂ ਦੀਆਂ ਭਾਵਨਾਵਾਂ ਦਾ ਲਗਾਤਾਰ ਖਿਆਲ ਰੱਖਿਆ ਜਾਣਾ ਚਾਹੀਦਾ ਹੈ, ਔਰ ਉਹਦਾ ਇੱਕ ਸਿਸਟਮ ਐਮਰਜ ਕਰਾਉਣ ਦਾ, ਇੱਕ ਪੈਦਾ ਕਰਨ ਦਾ ਸਵਾਲ ਹੈ। ਜੀ ਹਮੀਰ ਜੀ, 17 ਸਤੰਬਰ ਨਜ਼ਦੀਕ ਆ ਰਹੀ ਹੈ। ਇਸ ਦਿਨ ਜਿਹੜਾ ਸੀ ਤਿੰਨੋਂ ਖੇਤੀ ਕਾਨੂੰਨ ਜਿਹੜੇ ਬਣਾਏ ਗਏ ਸੀਗੇ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ 17 ਸਤੰਬਰ ਨੂੰ ਜਿਹੜਾ ਹੈਗਾ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਵੈਸੇ ਤਾਂ ਇਹ ਬੜੀ ਤਵੱਕੋ ਰੱਖੀ ਗਈ ਸੀ ਸ਼ੁਰੂ ਤੋਂ ਲੈ ਕੇ। ਸਿਆਸੀ ਪਾਰਟੀਆਂ ਹੁਣ ਤੱਕ ਕੀ ਕਰਦੀਆਂ ਆਈਆਂ ਨੇ, ਉਹ ਕਿਸਾਨ ਅੰਦੋਲਨ ਦਾ ਮੋਢਾ ਵਰਤ ਕੇ ਆਪਣੀ ਸਿਆਸਤ ਕਰਨ ਦੇ ਰਾਹ ਚੱਲਣ ਦੀ ਗੱਲ ਕਰਦੀਆਂ ਸੀ। ਪਰ ਕਿਸਾਨ ਅੰਦੋਲਨ ਦੀ ਇੱਕ ਧਾਰਨਾ ਰਹੀ ਹੈ ਕਿ ਸਿਆਸੀ ਪਾਰਟੀਆਂ ਨੂੰ ਅਸੀਂ ਸਟੇਜ ਤੇ ਨਹੀਂ ਬੁਲਾਉਣਾ, ਤੇ ਵੈਸੇ ਉਹ ਹਮਾਇਤ ਕਰ ਸਕਦੀਆਂ ਨੇ। ਉਹ ਉਹਨਾਂ ਨੇ ਆਪਣੇ ਇੱਕ ਪ੍ਰੈਕਟਿਸ ਚੋਂ ਕੀਤਾ ਕਿ ਜੇ ਸਿਆਸੀ ਲੀਡਰ ਐਂ ਬੋਲਣ ਲੱਗੇ ਸਟੇਜਾਂ ਤੇ, ਤਾਂ ਸ਼ਾਇਦ ਜਿਹੜਾ ਇਕੱਠ ਹੈ ਉਹਦੇ 'ਚ ਫਰਕ ਪੈ ਸਕਦਾ, ਕਿਉਂਕਿ ਧੜੇਬਾਜ਼ੀ ਜਿਹੜੀ ਪੈਦਾ ਹੋ ਸਕਦੀ ਹੈ। ਉਹ ਠੀਕ ਵੀ ਰਿਹਾ, ਮੇਰਾ ਖਿਆਲ ਹੈ ਇੱਕ ਠੀਕ ਗੱਲ ਹੈ। ਪਰ ਇਸ ਗੱਲ ਤੋਂ ਕਿਸੇ ਨੂੰ ਕੋਈ ਨਹੀਂ ਰੋਕਦਾ, ਇਹ ਵੀ ਸਗੋਂ ਚੋਣਾਂ ਦਾ ਏਜੰਡਾ ਬਣਨਾ ਚਾਹੀਦਾ ਕਿ ਜੇ ਸਿਆਸੀ ਧਿਰਾਂ ਆਪਣੇ ਬੈਨਰ ਤੇ ਇਹੀ ਜੇ ਇਹਨੂੰ ਅਸੀਂ ਕਹਿੰਦੇ ਕਿ ਹੋਂਦ ਦਾ ਸਵਾਲ ਹੈ, ਐਗਜ਼ਿਸਟੈਂਸ ਦਾ ਸਵਾਲ ਹੈ, ਤਾਂ ਹੋਂਦ ਦਾ ਸਵਾਲ ਇਕੱਲਾ ਕਿਸਾਨ ਮਜ਼ਦੂਰ ਤਾਂ ਪੰਜਾਬੀਆਂ ਦਾ ਹੈ ਨਾ। ਤਾਂ ਲੀਡਰ ਕਿਹੜੇ ਨੇ? ਸਿਆਸੀ ਪਾਰਟੀਆਂ ਕਿਹਦੇ ਤੇ ਰਾਜ ਕਰਨਾ ਚਾਹੁੰਦੀਆਂ ਨੇ? ਪੰਜਾਬੀਆਂ ਤੇ। ਤਾਂ ਫਿਰ ਉਹ ਲੀਡ ਲੈ ਕੇ ਕਿਉਂ ਅੰਦੋਲਨ 'ਚ ਸ਼ਾਮਲ ਨਹੀਂ ਹੁੰਦੀਆਂ, ਅੰਦੋਲਨ ਨਹੀਂ ਕਰਦੀਆਂ ਆਪਣੇ ਪੱਧਰ ਦੇ ਉੱਤੇ? ਜਿਵੇਂ ਵਿਧਾਨ ਸਭਾ ਦੇ ਵਿੱਚ ਇੱਕ ਸਾਰਿਆਂ ਨੇ ਮਤਾ ਪਾਇਆ ਸੀ, ਤੇ ਉਹ ਮਤੇ ਦੇ ਤੌਰ ਤੇ ਅੱਗੇ ਵੀ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ। ਔਰ ਆਲ ਪਾਰਟੀ ਮੀਟਿੰਗ ਜੇ ਅਮਰਿੰਦਰ ਸਿੰਘ ਜਾਂ ਬਾਕੀ ਜਿਹੜੇ ਕਹਿੰਦੇ ਨੇ ਕਿ ਰੂਲਿੰਗ ਧਿਰਾਂ ਅਸੀਂ ਵੱਡੀ ਧਿਰਾਂ, ਤਾਂ ਜਿਵੇਂ ਉਹ ਕਿਉਂ ਆਲ ਪਾਰਟੀ ਮੀਟਿੰਗ ਬੁਲਾ ਕੇ ਇੱਕ ਸਾਂਝਾ ਸਟੈਪ ਨਹੀਂ ਇਸ ਤੇ ਲੈਂਦੇ? ਜੇ ਵੱਖ-ਵੱਖ ਪਾਰਟੀਆਂ ਇਹ ਮੁੱਦੇ ਤੇ ਸਹਿਮਤ ਨੇ, ਜਿਹੜੀਆਂ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਜੀ, ਤਾਂ ਉੱਥੇ ਤਾਂ ਇੱਕ ਸਾਂਝਾ ਰੂਪ ਲੈ ਕੇ ਤੁਸੀਂ ਸਾਂਝਾ ਐਕਸ਼ਨ ਕਰ ਸਕਦੇ ਹੋ ਨਾ। ਬਿਲਕੁਲ। ਉਹ ਨਹੀਂ ਕਰਦੇ, ਇਹਦਾ ਮਤਲਬ ਲੋਕਾਂ ਦੇ ਅੰਦਰ ਇੱਕ ਖਦਸ਼ਾ ਹੋਣਾ ਸੁਭਾਵਿਕ ਹੈ ਕਿ ਤੁਸੀਂ ਅੰਦਰੋਂ ਨਹੀਂ ਕਰ ਰਹੇ, ਉੱਪਰੋਂ ਕਰ ਰਹੇ ਹੋ। ਤੁਹਾਡਾ ਮਕਸਦ ਕੇਵਲ ਇਹ ਦਬਾਅ ਦੇ ਕਰਕੇ ਤੁਸੀਂ ਸਾਡੇ ਨਾਲ ਆਏ ਹੋ। ਇਹ ਇੱਕ ਸਟੈਪ ਚੰਗਾ ਸਟੈਪ ਹੈ। ਜੇ ਹੁਣ ਵੀ 17 ਤਰੀਕ ਨੂੰ ਕਾਲੇ ਦਿਵਸ ਦੇ ਆਮ ਆਦਮੀ ਪਾਰਟੀ ਨੇ ਜੇ ਕਿਹਾ ਤੇ ਅਕਾਲੀ ਦਲ ਨੇ ਉੱਥੇ ਮਾਰਚ ਕਰਨ ਦਾ ਫੈਸਲਾ ਕੀਤਾ, ਇਹੋ ਜਿਹੇ ਮਾਰਚ, ਔਰ ਮੇਰਾ ਖਿਆਲ ਹੈ ਕੁਝ ਪਾਰਟੀਆਂ ਨੇ ਸੁਝਾਅ ਵੀ ਦਿੱਤੇ, ਸ਼ਾਇਦ ਅਕਾਲੀ ਦਲ ਨੇ ਵੀ ਦਿੱਤਾ ਸੀ ਅੰਦਰ, ਕਿ ਜੇ ਤੁਸੀਂ ਸਾਨੂੰ ਕੋਈ ਦਿਨ ਦੱਸ ਦਿਓ ਕਿ ਇੰਨੇ ਦਿਨ ਤੁਸੀਂ ਆਪਣੇ ਬੈਨਰ ਤੇ ਉੱਥੇ ਮੋਰਚੇ 'ਚ ਜਾਂ ਕਿਤੇ ਜਾਓ ਜਾਂ ਕੋਈ ਧਰਨਾ ਲਾਓ, ਅਸੀਂ ਉਹਦੇ ਲਈ ਵੀ ਤਿਆਰ ਹਾਂ। ਕੋਈ ਇਹੋ ਜਿਹਾ ਮੈਕੈਨਿਜ਼ਮ ਵੈਸੇ ਹੀ ਹੋਣਾ ਚਾਹੀਦਾ। ਆਪ ਪਾਰਟੀ ਦੱਸਣ ਕਿਉਂ ਕੋਈ ਜੀ, ਤੁਸੀਂ ਆਪ ਫੈਸਲਾ ਕਰੋ। ਇੰਨਾ ਚਿਰ ਰੂਲ ਕੀਤਾ, ਰਾਜ ਕੀਤਾ, ਤੇ ਅੱਗੇ ਵੀ ਰਾਜ ਕਰਨ ਦੀ ਗੱਲ ਕਰਦੇ ਹੋ। ਇੱਕ ਇਹੋ ਜਿਹਾ ਫੈਸਲਾ ਕਰੋ। ਇਹ ਲੜਾਈ ਪੋਲੀਟੀਕਲ ਲੜਾਈ ਹੈ, ਲੜਾਈ ਇਕੱਲੀ ਕਿਸਾਨੀ ਦੀ ਨਹੀਂ। ਕਿਸਾਨੀ ਤਾਂ ਆ ਗਈ ਮੂਹਰੇ ਤੇ ਹੁਣ ਲੜ ਰਹੀ ਹੈ। ਤਾਂ ਪੋਲੀਟੀਕਲ ਲੜਾਈ ਆਪਣੀ ਕਮਾਂਡ 'ਚ ਪੋਲੀਟੀਕਲ ਪਾਰਟੀਆਂ ਨੂੰ ਲੜਨਾ ਪਊਗਾ। ਨਰਿੰਦਰ ਮੋਦੀ ਦੇ ਖਿਲਾਫ ਧਰਨਾ ਲਾਉਣ ਦੀ ਹਿੰਮਤ ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਦੀ, ਹਰਿਆਣੇ ਦੀਆਂ ਵਿਰੋਧੀ ਪਾਰਟੀਆਂ ਦੀ, ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਕਿੰਨੀ ਵੱਡੀ ਹੈ, ਇਹ ਇਹਦੇ ਤੋਂ ਤੈਅ ਹੋਣੀ ਹੈ। ਔਰ ਉਹ ਜੇ ਹਿੰਮਤ ਜਟਾਉਣਗੀਆਂ ਤਾਂ ਅਲਟਰਨੇਟਿਵ ਬਣਨਗੀਆਂ ਦੇਸ਼ ਦੇ ਵਿੱਚ, ਕਿ ਵਿਰੋਧੀ ਧਿਰ ਅਲਟਰਨੇਟਿਵ ਬਣੂਗੀ। ਜੇ ਉਹ ਲੜਾਈ ਨਹੀਂ ਲੜਨਗੀਆਂ, ਕੇਵਲ ਅੰਦੋਲਨਾਂ ਤੋਂ ਕਹਿੰਦੀਆਂ ਨੇ ਕਿ ਉਹਨਾਂ ਨਾਲ ਗੁੱਸੇ ਹੋ ਕੇ ਲੋਕ ਸਾਨੂੰ ਵੋਟਾਂ ਪਾ ਦੇਣ, ਤਾਂ ਲੋਕਾਂ ਦਾ ਕੁਝ ਨਹੀਂ ਸੌਰਨਾ ਇਕੱਲਾ ਉਨੇ ਕੁ ਮਾਮਲੇ ਨਾਲ। ਪੋਲੀਟੀਕਲ ਪਾਰਟੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਕਿਸਾਨ ਅੰਦੋਲਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਬੁੱਧੀਜੀਵੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਫਿਰ ਜਾ ਕੇ ਕੋਈ ਇੱਕ ਰਾਏ ਜਿਹੜੀ ਹੈ ਉਹ ਕੋਈ ਨਤੀਜੇ ਕੱਢੂਗੀ, ਔਰ ਨਤੀਜੇ ਕੱਢ ਸਕਦੀ ਹੈ। ਔਰ ਨਹੀਂ ਤਾਂ ਖਲਾਅ ਦੀ ਸਥਿਤੀ ਹੈ, ਖਲਾਅ 'ਚੋਂ ਜੇ ਕੋਈ ਚੱਜ ਦੀਆਂ ਧਿਰਾਂ ਨਹੀਂ ਅਲਟਰਨੇਟਿਵ ਆਊਗਾ, ਤਾਂ ਇਹਨਾਂ 'ਚੋਂ ਹੀ ਬਣਨਾ। ਰਾਜਾ ਤਾਂ ਕਿਸੇ ਨੇ 22 'ਚ, ਐਡੀ ਤਾਂ ਕੋਈ ਗੱਲ ਨਹੀਂ ਹੈ ਬਹੁਤ ਵੱਡੀ, ਬਣਿਆ ਜਾ ਸਕਦਾ, ਔਰ ਬਣ ਲੈਣ। ਉਸ ਤੋਂ ਬਾਅਦ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।